ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਲਾ ਪੰਜਵਾਂ। ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ, ਅਗਨਤ ਗੁਣ ਠਾਕੁਰ ਪ੍ਰਭ ਤੇਰੇ। ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ, ਅਗਨਤ ਗੁਣ ਠਾकुर प्रभ तेरे। मोह अनाथ तुमरी शरण आई, कर कृपा हर चरण त्याई। दया करो बसो मन आए, मोह निर्गुण लीजै लड़ लाए। रहाओ प्रभ चित आवै तां कैसी भीड़, हर सेवक नाहि जम पीड़। सर्ब दूह हर सिमरत नसहे, जां कै संग सदा प्रभ बसै। प्रभ का नाम मन तन आधार, बिसरत नाम होवत तन छार। प्रभ चित आए पूरन सब काज, हर बिसरत सबका मोहताज। चरण कमल संग लागी प्रीत, बिसर गई सब दुर्मत रीत। मन तन अंतर हर हर मंत, नानक भगतन कै कर सदा आनंद। चरण कमल संग लागी प्रीत, बिसर गई सब दुर्मत रीत। मन तन अंतर हर हर मंत, नानक भगतन कै घर सदा आनंद। वाहिगुरु जी का खालसा, वाहिगुरु जी की फतेह। जुगो जुग अटल धन धन गुरु ग्रंथ साहिब जी। गुरु पातशाह जी की अपरपार बख्शिश, शाम समय संगत का समा असी प्राप्त किया है। अजे हुणे गुरबाणी कीर्तन स्रोत कर रहे सी। हुण अगले समय गुरु शब्द व्याख्या है। लड़ीवार गुरबाणी विचार विवेचना अंदर बिलावल राग अते गुरु अर्जन साहब द्वारा उच्चारण किए गए पावन शब्द असी विचारते हाँ। आप जी ने इस पावन रचना विचों अगलेरा मुकम्मल शब्द सरवण किया है। विचार रहाओ के पदे तो ही प्रारंभ करते हाँ। साहब जिक्र करते ने, दया करो बसो मन आए, मोह निर्गुण लीजै लड़ लाए। रहाओ दया करो बसो मन आए। गुरबाणी का जो एसेंस आ, जो इहदा जीस्ट आ, मेन मैसेज आ, उसनों असी बड़े बेसिक लैवल ते अंडरस्टैंड कर जाइए। गुरबाणी टोटल इट्स ए सैल्फ टॉक, अपने आप ना गल है सारी है। इंज कह लो साढ़े अंदर दी ही सारी जो दुनिया आ, उसनों गुरु साहब ने शब्दां दे विच बा तरतीब कीता आ। उसनों लफ्ज़ां दे अल्फाजां हरफां अखरां दे अंदर चोगा पवाया आ। ये शब्द भी जिवें सीधे तौर पर कह रहा, ये सैल्फ टॉक आ रहा। ईवन समुची रचना ही लै लईए, आनंद साहब तो वधिया रचना की होएगी इस चीज़ को समझने वास्ते। गुरु अमरदास साहब ने जिमें बाणी रची है, वो तुसी उस बाणी विच वार वार पढ़ोगे किते महाराज बयान कर दे, हे मन चंचला चतुराई किने ना पाया। हुण अपने आप नाल ही गल हो रही, किते नाल हो रही है? थोड़ा अगे आ जाओ। जिहड़े लास्ट वाले 10 पदे ने, 40 पौड़ियां ने टोटल ओहदियां, 10 का पैकेज आ। पहले 10 विच अराउंड सतगुरु की गल हुंदी है, उस तो बाद वाले च मन की गल हुंदी है, फिर अंदरों निर्मल बाहरों निर्मल आत्मक तौर पर गल हो रही सारी।
ਫਿਰ ਤਨ ਦੇ ਲੈਵਲ ਤੇ ਗੱਲ ਹੁੰਦੀ ਹੈ। ਜਦੋਂ ਤੁਸੀਂ ਬਚਨ ਇਸ ਰੂਪ ਵਿੱਚ ਪੜ੍ਹਦੇ ਹਾਂ, ਇਹ ਸ਼ਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ। ਹੁਣ ਇਸ ਤਰ੍ਹਾਂ ਆ ਜਿਵੇਂ ਆਪਾਂ ਫੈਮਿਲੀ ਰੂਮ ਵਿੱਚ ਬੈਠ ਕੇ ਆਪਣੇ ਪਰਿਵਾਰਕ ਮੈਂਬਰ ਦੇ ਨਾਲ ਬੜੇ ਵੇਰਵੇ ਨਾਲ ਗੱਲ ਕਰ ਰਹੇ ਹੁੰਦੇ ਆ, ਉਹਨੂੰ ਦੱਸ ਰਹੇ ਹੁੰਦੇ ਆ। ਸਪੋਜ਼ ਕਰੋ ਕੋਈ ਸਾਡਾ ਹੀ ਫੈਮਿਲੀ ਮੈਂਬਰ ਕੈਨੇਡਾ ਆਇਆ, ਕੋਈ 10-15-20 ਸਾਲ ਉਹਨੇ ਇੱਥੇ ਰਹਿਣਾ ਕੀਤਾ, ਰਹਿ ਕੇ ਪਤਾ ਲੱਗਾ ਕੁਝ ਕਮਾਇਆ ਨਹੀਂ, ਖੱਟਿਆ ਨਹੀਂ, ਬਣਾਇਆ ਨਹੀਂ, ਜੋ ਅਸੀਂ ਵਰਲਡਲੀ ਲੈਵਲ 'ਤੇ ਸੋਚਦੇ ਹਾਂ। ਤਾਂ ਤੁਸੀਂ ਉਸਨੂੰ ਕਹਿ ਰਹੇ ਹੋਈਏ ਸੋਚ ਤੇ ਸਹੀ, ਕੀ ਕਮਾਇਆ ਇੱਥੇ ਆ ਕੇ ਤੂੰ। ਐਕਚੁਅਲੀ ਇਹ ਸੈਲਫ ਟਾਕ ਹੋ ਰਹੀ ਹੈ ਆਪਣੇ ਆਪ ਵਿੱਚ। ਫਿਰ ਇਕੱਲਾ ਇਹ ਨਹੀਂ ਗਾ, ਇੱਕ ਇੱਕ ਇੰਦਰੀ ਨੂੰ ਐਡਰੈਸ ਕੀਤਾ ਜਾ ਰਿਹਾ। ਇਹ ਰਸਨਾ ਤੂੰ ਅੰਦਰ ਸਰਾਚ ਰਹੀ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਇਹ ਸਰਵਣੋ ਮੇਰਿਓ ਸਾਚੈ ਸੁਣਨਾ ਨੂੰ ਪਠਾਏ, ਸਰੀਰ ਲਾਹੇ ਸੁਣੋ ਸਤ ਬਾਣੀ। ਮਤਲਬ ਇਹ ਬੇਸਿਕ ਚੀਜ਼ ਆ। ਇਹਦੇ 'ਚ ਬਾਬਾ ਜੀ ਕਹਿੰਦੇ ਆਪਣੇ ਆਪ ਨੂੰ ਵਿੱਚ ਲੈ ਕੇ ਆਪਣੇ ਆਪ ਨਾਲ ਗੱਲ ਕਰ, ਸੈਲਫ ਕਮਿਊਨੀਕੇਟ ਕਰ, ਸੈਲਫ ਟਾਕ ਕਰ। ਆ ਜਿਹੜਾ ਬਚਨ ਆ ਇੱਕ ਲਈ ਅਰਦਾਸ ਤੇ ਆ ਰੱਬ ਜੀ ਅੱਗੇ, ਕਰਤਾਰ ਅੱਗੇ, ਉਸ ਬੇਅੰਤ ਅੱਗੇ। ਪਰ ਬਾਬਾ ਜੀ ਬਿਆਨ ਕਰਦੇ ਦਇਆ ਕਰੋ ਬਸੋ ਮਨੇ ਆਏ। ਇਹ ਉਹਦੇ ਨਾਲ ਗੱਲ ਹੋ ਰਹੀ ਹੈ। ਤੇ ਗੱਲ ਇਹ ਹੋ ਰਹੀ ਹੈ ਜਿਵੇਂ ਆਪ ਬਹੁਤ ਉਮਦਾ ਸ਼ਾਇਰ, ਦਿਲਪ੍ਰੀਤ ਤੋਂ ਲੁਕਾ ਕੇ ਨੈਣੀ ਛੁਪਾ ਕੇ ਪਾਣੀ, ਗੁਜਰੀ ਦੇ ਪੋਤਿਆਂ ਦੀ ਸੁਣਿਓ ਜਰਾ ਕਹਾਣੀ। ਰਵਿੰਦਰ ਮਸਰੂਰ ਮਤਲਬ ਕਮਾਲ ਦਾ ਗਜ਼ਲ ਗੋ ਹੈ ਪੰਜਾਬੀ ਜ਼ਬਾਨ ਦੇ ਵਿੱਚ। ਇੱਕ ਜਗ੍ਹਾ ਲਿਖਦਾ, ਕਹਿੰਦਾ ਕਿ ਬੰਦਾ ਪ੍ਰਾਰਥਨਾਵਾਂ ਤੇ ਬੜੀਆਂ ਕਰਦਾ, ਪ੍ਰੇਅਰਸ ਤੇ ਬੜੀਆਂ ਕਰਦਾ, ਪਰ ਸਪੋਜ਼ ਕਰੋ ਇੱਕ ਦਿਨ ਰੱਬ ਪ੍ਰਾਰਥਨਾ ਸੁਣ ਲਵੇ। ਉਹ ਕਹਿੰਦਾ ਤੂੰ ਆਪਣੇ ਘਰ ਨੂੰ ਰਹਿਣ ਦੇ ਉਹਦੇ ਕਾਬਲ ਬਣਾ, ਉਹ ਟੁੱਟ ਕੇ ਤੇਰੇ ਘਰ ਆਵੇ ਨਾ ਆਵੇ। ਐਟਲੀਸਟ ਜਿਹਨੂੰ ਤੁਸੀਂ ਆਵਾਜ਼ਾਂ ਦਿੰਦੇ ਹੋ, ਜਿਹਨੂੰ ਇਹ ਕਹਿੰਦੇ ਹੋ ਮੈਨੂੰ ਮਿਲਣ ਵਾਸਤੇ ਆਈ, ਮੈਨੂੰ ਮਿਲਣ ਵਾਸਤੇ ਆਈ, ਮੈਨੂੰ ਉਸ ਰੂਪ ਵਿੱਚ ਜਿਹੜਾ ਹੈਗਾ ਕਰੀ। ਤੇ ਮੈਨੂੰ ਮਿਲਣ ਵਾਸਤੇ ਆਈ, ਮੈਨੂੰ ਤੇਰੇ ਨਾਲ ਸਾਂਝ ਆ ਮੇਰੀ, ਇਸ ਰੂਪ ਦੇ ਵਿੱਚ ਗੱਲ ਆ। ਤੇ ਸਪੋਜ਼ ਕਰੋ ਜਿਹਨੂੰ ਅਸੀਂ ਸੰਦੇਸ਼ ਭੇਜਦੇ ਹਾਂ, ਜਿਹਨੂੰ ਅਸੀਂ ਆਵਾਜ਼ਾਂ ਮਾਰਦੇ ਹਾਂ, ਉਹ ਆ ਜਾਏ, ਉਹ ਇੱਕ ਦਿਨ ਸਾਡਾ ਸੁਨੇਹਾ ਸਵੀਕਾਰ ਕਰ ਲਵੇ ਤੇ ਉਹ ਕਹੇ ਵੀ ਓਕੇ ਮੈਂ ਤੁਹਾਨੂੰ ਮਿਲਣ ਵਾਸਤੇ ਆ ਰਿਹਾ ਹਾਂ, ਮੈਂ ਤੁਹਾਨੂੰ ਵਿਜ਼ਿਟ ਕਰਦਾ ਹਾਂ। ਤੂੰ ਸਰਪ੍ਰਾਈਜ਼ ਹੀ ਦੇ ਦੇ ਸਾਨੂੰ, ਇੱਕ ਦਿਨ ਆ ਕੇ ਸਾਡੀ ਡੋਰ ਬੈਲ ਕਰ ਦੇ। ਅਸੀਂ ਡੋਰ ਜਦੋਂ ਜਿਹੜਾ ਹੈਗਾ ਉਹਨੂੰ ਖੋਲ੍ਹਣ ਵਾਸਤੇ ਜਾਈਏ, ਅਸੀਂ ਦੇਖੀਏ ਕਮਾਲ ਹੋ ਗਈ, ਉਹ ਤਾਂ ਸਾਡਾ ਬੜਾ ਵੱਡਾ ਮਹਿਮਾਨ ਹੈ, ਅਸੀਂ ਤੁਹਾਨੂੰ ਬੜਾ ਵੱਡਾ ਜੀ ਆਇਆਂ ਕਹਿਣਾ ਸੀਗਾ, ਅਸੀਂ ਤੁਹਾਨੂੰ ਵੈਲਕਮ ਬੜਾ ਵੱਡਾ ਕਰਨਾ ਸੀਗਾ। ਸਾਡੇ ਕੋਲ ਤਾਂ ਘਰ 'ਚ ਉਹਨੂੰ ਬਿਠਾਉਣ ਲਈ ਜਗ੍ਹਾ ਵੀ ਨਹੀਂ ਹੈਗੀ ਹੁਣ। ਸੋ ਸਾਨੂੰ ਅੰਬੈਰਸਮੈਂਟ ਹੋਏਗੀ। ਆਪਾਂ ਇੱਕ ਕੰਮ ਕਰੀਏ, ਆਪਾਂ ਆਪਣੇ ਘਰ ਦੀ ਤਿਆਰੀ ਕਰੀਏ, ਆਪਣਾ ਘਰ ਨੂੰ ਸਜਾਈਏ। ਨੈਵਰ ਨੋ, ਕਿਸੇ ਦਿਨ ਤਰੁੱਠੇ ਤੇ ਘਰ ਆ ਜਾਏ। ਐਕਚੁਅਲੀ ਗੱਲ ਇਹ ਹੈ, ਹਿਰਦੇ ਘਰ ਨੂੰ ਸਜਾਉਣ ਦੀ ਹੈ। ਸਜਾਈਏ ਉਹਨੂੰ ਇਸ ਕਾਬਲ ਬਣਾਈਏ, ਜਿੱਦਣ ਕਿਤੇ ਰੱਬ ਕਹੇ ਮੈਂ ਤੇਰੇ ਹਿਰਦੇ 'ਚ ਆਉਣਾ ਹੈ, ਮੇਰਾ ਹਿਰਦਾ ਤਿਆਰ ਹੋਏ, ਮੇਰਾ ਹਿਰਦਾ ਜੀ ਆਇਆਂ ਕਹਿਣ ਵਾਸਤੇ ਤਿਆਰ ਹੋਏ ਉਸਨੂੰ। ਆਪਾਂ ਅਕਸਰ ਦੇਖੋ, ਇਹ ਸਿੱਖੀ ਹੈ, ਇਹਦੀਆਂ ਦੀਵਾਰਾਂ ਚਾਨਣੀ ਦੀਆਂ ਨੇ, ਬੜੀ ਗਲੋਰੀਅਸ ਚੀਜ਼ ਹੈ। ਜਿਵੇਂ ਆਪਾਂ ਕਈ ਰੂਪਾਂ 'ਚ ਪੜ੍ਹਦੇ ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਮਾਨਵਤਾ ਤੋਂ 4 ਪੁੱਤ ਚਾਰੇ ਕੁਰਬਾਨ ਕਰਤੇ। ਉਮਰ ਦੇ ਉਸ ਪੜਾਅ 'ਤੇ ਟੋਟਲ ਜੇ ਅਸੀਂ ਏਜ ਸਪੈਨ ਦੇਖਦੇ ਹਾਂ ਗੁਰੂ ਸਾਹਿਬ ਦਾ, ਤੇ 42 ਵਰ੍ਹੇ ਦਾ ਆ, ਜੋਤੀ ਜੋਤ ਸਮਾਨ ਤੱਕ 1708 ਵਿੱਚ। ਜੇ ਉਸ 1708 ਵਿੱਚੋਂ ਆਪਾਂ 4 ਸਾਲ ਹੋਰ ਕੱਢ ਦਈਏ, ਵੈਨ ਸਾਹਿਬਜ਼ਾਦੇ ਗੋਟ ਮਾਰਟਰ that time, it was 38 ਸਾਲ। 38 ਸਾਲ ਦੀ ਉਮਰ ਕਿੰਨੀ ਕੁ ਹੁੰਦੀ ਹੈ ਆਪ ਸੋਚ ਕੇ ਦੇਖੋ। 38 ਵਰੇ ਤੇ ਅਰਬਲਾ ਕੁਛ ਵੀ ਨਹੀਂ। ਦਮਦਮਾ ਸਾਹਿਬ ਗੁਰੂ ਸਾਹਿਬ ਨੇ ਟਿਕਾ ਕਰ ਠਹਿਰਾ ਕੀਤਾ,
ਡੱਲੇ ਦੀ ਹਵੇਲੀ, ਜਿੱਥੇ ਤਖਤ ਸਾਹਿਬ ਬਣੇ ਨੇ, ਡੱਲੇ ਦਾ ਮਕਾਨ ਸੀਗਾ, ਹਵੇਲੀ ਸੀਗੇ, ਜਿੱਥੇ ਡੱਲੇ ਦਾ ਪਰਿਵਾਰ ਖਾਨਦਾਨ ਅੱਗੇ ਰਹਿੰਦਾ ਹੈ। ਤੁਸੀਂ ਜਾਓ ਕਦੀ, ਉਹ ਚੀਜ਼ਾਂ ਦੇ ਕੋਈ ਦਰਸ਼ਨ ਕਰਾਉਂਦੇ ਨੇ। ਉਹ ਤਬੇਲਾ ਸੀ ਉਹਨਾਂ ਦਾ, ਉਹ ਆਪਣੇ ਘੋੜਿਆਂ ਦੇ ਤਬੇਲੇ ਚਲਾ ਗਿਆ, ਫੈਮਿਲੀ ਸਾਰੀ ਲੈ ਕੇ। ਸਿੱਖਾਂ ਨੂੰ ਤੇ ਗੁਰੂ ਸਾਹਿਬ ਨੂੰ ਨੇ ਆਪਣੇ ਜਿਹੜਾ ਉਹਦਾ ਹਵੇਲੀ ਸੀ ਉਹਦੇ ਠਹਿਰਾ ਦਿੱਤਾ। ਤੇ ਇਹੀ ਚੀਜ਼ ਆ, ਲਿਟਰਲੀ ਤੌਰ ਤੇ ਸ਼ਬਦ ਪੜ੍ਹੀ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਡੱਲੇ ਨੂੰ ਕੀ ਪਤਾ ਕਿ ਉਹਦੀ ਹਵੇਲੀ ਤਾਂ ਦੁਨੀਆ ਜਦੋਂ ਤੱਕ ਰਹੇਗੀ ਉਦੋਂ ਤੱਕ ਮੱਥੇ ਟੇਕੇ ਜਾਣਗੇ ਇੱਥੇ। ਇਹ ਮਤਲਬ ਡੱਲੇ ਦਾ ਇੱਕ ਐਕਟ ਹੀ ਇੱਕ ਤਰ੍ਹਾਂ ਦੇ ਨਾਲ। ਉਹਨੇ ਕਿਹਾ ਵੀ ਇੱਥੇ ਗੁਰੂ ਮਹਾਰਾਜ ਆਏ ਨੇ, ਆਪ ਤਬੇਲੇ ਚਲਾ ਗਿਆ। ਉਹਨੂੰ ਕੀ ਪਤਾ ਵੀ ਹਵੇਲੀ ਜਿਹੜੀ ਹੈ ਇਹ ਅਮਰੀ ਹੋ ਜਾਏਗੀ। ਸੋ ਦਮਦਮਾ ਉਸ ਰੂਪ ਦੇ ਤਖਤ ਬਣਿਆ ਤਲਵੰਡੀ ਸਾਬੋ ਕੀ। ਤੇ ਉੱਥੇ ਗੁਰੂ ਸਾਹਿਬ ਆ ਕੇ ਠਹਿਰੇ। ਦਿਨਾਂ ਚ ਰੌਣਕਾਂ ਲੱਗ ਗਈਆਂ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪੂਰੀ ਯਾਤਰਾ ਤੁਸੀਂ ਦੇਖੋ, ਬੜੀ ਛੋਟੀ ਅਰਬਲਾਦ ਵਿੱਚ ਗੁਰੂ ਸਾਹਿਬ ਨੇ ਕਹਿ ਲਓ ਕਿ ਸ਼ਮਸ਼ੀਰ ਦੇ ਮੁੱਠੇ ਨੂੰ ਹੱਥ ਪਾਇਆ ਭਗਾਣੀ ਦੀ ਜੰਗ ਦੇ ਵਿੱਚ, ਤੇ ਬਿਲਕੁਲ ਮੈਦਾਨ ਸਾਫ਼ ਕਰਤਾ। ਪਹਾੜੀਆਂ ਦੀ ਐਡੀ ਵੱਡੀ ਜਿਹੜੀ ਹੈ ਕੁਮਕ ਫੌਜ ਹਾਰ ਗਈ, ਮੈਦਾਨ ਛੱਡ ਕੇ ਨੱਠ ਗਈ। ਫਿਰ ਇਕੱਲਾ ਇਹ ਨਹੀਂ ਗਾ, ਇੱਕ ਜਿੱਤ ਤੋਂ ਜਿਹੜੀ ਆਖਰੀ ਜੰਗ ਗੁਰੂ ਸਾਹਿਬ ਨੇ ਲੜੀ ਉਹ ਸੀਗੀ ਖਿਦਰਾਣੇ ਦੀ ਢਾਬ ਤੇ ਮੁਕਤਸਰ ਵਾਲੀ। ਇੱਕ ਜਿੱਤ ਤੋਂ ਦੂਸਰੀ ਜਿੱਤ, ਮਤਲਬ ਲਾਸਟ ਜਿਹੜੀ ਜੰਗ ਹੈ, ਉਸ ਜਿੱਤ ਦਾ ਸਫ਼ਰ ਹੈ ਗੁਰੂ ਸਾਹਿਬ ਦਾ ਸਾਰਾ। ਇਹਦੇ 'ਚ ਵੱਡਾ ਹਿੱਸਾ ਫੌਜ ਦਾ ਮਰਵਾ ਕੇ, ਜ਼ਖਮੀ ਕਰਵਾ ਕੇ, ਪਾਣੀ ਤੋਂ ਤਰਸਦਾ ਹੋਇਆ ਵਜ਼ੀਰ ਖਾਂ ਫੌਜ ਲੈ ਕੇ ਨੱਠ ਗਿਆ, ਮੈਦਾਨ ਛੱਡ ਗਿਆ। ਇਸ ਤੋਂ ਥੋੜ੍ਹੇ ਦਿਨਾਂ ਦੇ ਵਿੱਚ ਗੁਰੂ ਸਾਹਿਬ ਨੇ ਦੁਬਾਰਾ ਉਸੇ ਕਾਂਗੜ ਦੇਸ਼ ਦੇ ਵਿੱਚ ਪੂਰੀ ਤਰ੍ਹਾਂ ਰੌਣਕਾਂ ਲਾਤੀਆਂ, ਦਮਦਮੇ ਠਹਿਰਾ ਕੀਤਾ, ਵੱਡੇ ਲੈਵਲ 'ਤੇ ਸੰਗਤਾਂ ਆਉਂਦੀਆਂ, ਇਕੱਠ ਲੱਗਦੇ, ਸਭ ਚੀਜ਼ਾਂ ਤਵਾਰੀਖ 'ਚ ਪੜ੍ਹਦੇ ਹਾਂ ਅਸੀਂ। ਉੱਥੇ ਗੁਰੂ ਮਹਾਰਾਜ ਨੂੰ ਸਿੱਖਾਂ ਵੱਲੋਂ ਇੱਕ ਰਜੋਈ ਦੇ ਤੌਰ 'ਤੇ ਕਹਿ ਲਓ, ਬੇਨਤੀ ਦੇ ਤੌਰ 'ਤੇ ਕਹਿ ਲਓ, ਜਿਹੜੇ ਸਿੱਖ ਗੁਰੂ ਸਾਹਿਬ ਤੋਂ ਜਾਨਾਂ ਵਾਰਦੇ, ਮਤਲਬ ਵੀਰ ਸਿੰਘ ਧੀਰ ਸਿੰਘ ਦਾ ਪ੍ਰਸੰਗ ਅਸੀਂ ਸੁਣਦੇ ਹਾਂ। ਗੁਰੂ ਸਾਹਿਬ ਨੇ ਕਿਹਾ ਵੀ ਬਸ ਬੰਦੂਕ ਹੀ ਪਰਖਣੀ ਹੈ, ਤੇ ਉਹ ਮਾੜੀ ਜੀ ਗੱਲ ਹੀ ਹੈ, ਇੰਨੀ ਕੁ ਬਾਤ। ਤੇ ਉਹ ਕਹਿੰਦੇ ਆ ਵੀ ਸੀਨੇ ਤੇ ਪਰਖਣੀ ਹੈ। ਡੱਲੇ ਵਾਲਾ ਪ੍ਰਸੰਗ ਸੁਣਿਆ, ਤੇ ਉਹ ਸਿੱਖ ਦੋਨਾਂ ਨੇ ਆਵਾਜ਼ ਸੁਣੀ ਹੈ, ਬਸ ਮਾੜੀ ਜੀ ਦੌੜ ਕੇ ਆ ਗਏ। ਤੇ ਉਹ ਕਹਿਣ ਲੱਗੇ, ਮਹਾਰਾਜ ਮੇਰੇ ਤੋਂ ਇਸ ਤੋਂ ਵੱਡਾ ਮੇਰੇ ਵਾਸਤੇ ਜਿਹੜਾ ਹੈਗਾ ਕੀ ਭਾਗ ਹੋਏਗਾ ਕਿ ਮੈਂ ਗੁਰੂ ਮਹਾਰਾਜ ਜੀ ਦੇ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਬਣਾਂਗਾ। ਮਹਾਰਾਜ ਮੇਰੇ ਸੀਨੇ ਤੇ ਪਰਖੋ, ਮੇਰੇ ਸੀਨੇ ਤੇ ਪਰਖੋ। ਮਤਲਬ ਐਸੇ ਪਿਆਰ ਕਰਨ ਵਾਲੇ ਗੁਰੂ ਸਾਹਿਬ ਨੂੰ ਸਨੇਹੀ ਸਿੱਖ ਤੇ ਗੁਰੂ ਸਾਹਿਬ ਨਾਲ ਬਾਤ ਵੀ ਕਰਦੇ, ਵਾਰਤਾ ਵੀ ਕਰਦੇ, ਲੰਮੇਰੀ ਚੌੜੀ ਚਰਚਾ ਵੀ ਹੁੰਦੀ। ਸੋ ਗੁਰੂ ਸਾਹਿਬ ਨੂੰ ਪ੍ਰੇਰਨਾ ਸਰੋਤੇ ਬਾਤ ਕਹੀ ਗਈ ਕਿ ਜਿਹੜਾ ਹੈਗਾ ਸੰਤ ਗਰਜਮੰਡ, ਉਹ ਮਹਾਰਾਜ ਨੇ ਬਾਤ ਕਹੀ ਗਈ ਕਿ ਮਹਾਰਾਜ ਬੇਨਤੀ ਇਹ ਹੈ ਕਿ ਤੁਸੀਂ ਹੁਣ ਨਾ ਪਰਿਵਾਰ ਵਸਾਓ ਦੁਬਾਰਾ। ਗੱਲ ਇਹ ਹੋ ਰਹੀ ਹੈ, ਤੁਸੀਂ ਕੋਈ ਇੱਥੇ ਨਵਾਂ ਮਹਿਲ ਬਣਾਓ, ਮਹਿਲਾਂ 'ਚ ਵਸੇਬਾ ਕਰੋ। ਅਸੀਂ ਅਬਲ ਤੇ ਹਵੇਲੀ ਬੜੀ ਵਧੀਆ ਹਵਾਦਾਰ ਹੈ ਸਭ ਹੈ, ਅਸੀਂ ਕੋਈ ਨਵੀਂ ਹਵੇਲੀ ਬਣਾ ਦਿੰਦੇ ਹਾਂ, ਨਵਾਂ ਮਕਾਨ, ਨਵਾਂ ਕਿਲ੍ਹਾ, ਨਵਾਂ ਕੋਈ ਤੁਸੀਂ ਟਿਕਾਣਾ ਬਣਾਉਣਾ ਉੱਥੇ ਬਣਾ ਦਿੰਦੇ ਹਾਂ ਉਸ ਰੂਪ ਦੇ ਵਿੱਚ। ਸੋ ਇਸ ਕਰਕੇ ਹੁਣ ਤੁਸੀਂ ਟਿਕਾਣਾ ਕਰੋ, ਨਵਾਂ ਮਹਿਲ ਬਣਾਓ। ਮੀਨੂ ਕਹਿ ਰਹੇ ਨੇ ਫੈਮਿਲੀ ਲਾਈਫ ਨੂੰ ਅੱਗੇ ਤੋਰਿਆ ਜਾਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜਵਾਬ ਦਿੰਦੇ, ਮਹਾਰਾਜ ਕਹਿੰਦੇ ਬਿਲਕੁਲ ਠੀਕ ਗੱਲ ਹੈ, ਮੈਂ ਵੀ ਟਿਕਾਣਾ ਲੱਭ ਰਿਹਾ, ਮੈਂ ਵੀ ਸੋਚ ਰਿਹਾ ਵੀ ਕਿਤੇ ਟਿਕਾ ਕੀਤਾ ਜਾਏ। ਉਹ ਕਹਿੰਦੇ ਮਹਾਰਾਜ ਚਲੋ ਗੱਲ ਮੈਚ ਕਰ ਗਈ, ਵਧੀਆ ਹੋ ਗਿਆ। ਦੱਸੋ ਕਿਹੋ ਜਿਹਾ ਮਕਾਨ, ਕਿਹੋ ਜਿਹਾ ਕਿਲ੍ਹਾ, ਕਿਸੇ ਹੋਰ ਤੁਸੀਂ ਜਗ੍ਹਾ ਤੇ ਕੋਈ ਰਮਣੀਕ ਜਗ੍ਹਾ ਕਿਤੇ ਹੋਰ ਵੇਖਣਾ, ਉੱਥੇ ਕਿਸ ਤਰੀਕੇ ਨਾਲ ਤੁਸੀਂ ਕਹਿੰਦੇ ਉਸੇ ਤਰੀਕੇ ਨਾਲ ਬਣਾ ਦਿੰਦੇ ਆ। ਮਹਾਰਾਜ ਕਹਿਣ ਲੱਗੇ ਵੀ ਗੱਲ ਇਹ ਹੈ, ਰਹਿਣਾ ਤੇ ਹੈ ਪੱਕਾ, ਟਿਕਾਣਾ ਵੀ ਪੱਕਾ ਲੱਭਣਾ ਹੈ, ਪਰ ਪੱਥਰ ਇੱਟਾਂ ਜਾਂ ਕੁਝ ਹੋਰ ਇਹੋ ਜਿਹੀ ਧਾਤ ਦੇ ਬਣੇ ਮਕਾਨ 'ਚ ਨਹੀਂ ਰਹਿਣਾ ਨਾ। ਮਹਾਰਾਜ ਫਿਰ ਕਿੱਥੇ ਰਹਿਣਾ ਆ? ਸਭ ਕਹਿੰਦੇ ਖਾਲਸਾ ਜੀ ਤੁਹਾਡੇ ਦਿਲ ਵਿੱਚ ਰਹਿਣਾ ਹੈ, ਤੁਹਾਡੇ ਹਿਰਦੇ 'ਚ ਰਹਿਣਾ ਹੈ, ਤੁਹਾਡੀ ਸੁਰਤ 'ਚ ਰਹਿਣਾ ਹੈ। ਰੱਖੋਗੇ? ਮਹਾਰਾਜ ਕਿਹੜੀ ਗੱਲ ਕਰਦੇ ਹੋ? ਸਭ ਕਹਿੰਦੇ ਆ। ਤੁਸੀਂ ਜੇ ਲਿਟਰੇਚਰ ਦੇ ਬੋਲ ਪੜ੍ਹਦੇ ਹੋ ਤੇ ਲਿਟਰਲੀ ਤੌਰ ਤੇ ਬੋਲ ਲਿਖੇ ਨੇ, ਖਾਲਸੇ ਮੈਂ ਹਾਂ ਕਰੂੰ ਨਿਵਾਸ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੇਰੀ ਜਾਨ ਕੀ ਜਾਨ। ਮਤਲਬ ਇਹ ਮੈਂ ਆਪਣੀ ਜਾਨ ਵਾਰ ਕੇ, ਆਪਣੀ ਜਾਨ ਤੋਂ ਵੱਡੀ ਜਾਨ ਜਿਹੜੀ ਮੇਰੇ ਲਈ ਹੈ, ਮੈਂ ਉਹਨੂੰ ਬਚਾ ਰਿਹਾ ਹਾਂ। ਮੈਂ ਆਪਣਾ ਆਪਾ ਉਹਦੇ 'ਚ ਜਿਹੜਾ ਹੈਗਾ ਨਿਰਵਿਰਤ ਕਰ ਰਿਹਾ ਹਾਂ। ਐਗਜ਼ੈਕਟਲੀ ਇਹ ਤਾਂ ਮੈਨੂੰ ਦੇਖਿਆ ਜਾਏ, ਰੱਬ ਕਿਤੇ ਦੂਰ ਨਹੀਂ ਗਾ, ਸਾਡੇ ਵਿੱਚ ਹੀ ਹੈ, ਸਾਡੇ ਦਰਮਿਆਨ ਹੈ, ਸਾਡੇ ਅੰਗ ਸੰਗ ਹੈ।
ਜਿੱਥੇ ਨਹੀਂ ਹੈ, ਜਿਹਨੂੰ ਸਾਹਿਬ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਕਿਹਾ, ਕੋਟਨ ਮੈਂ ਨਾਨਕ ਕੋ ਨਾਰਾਇਣ ਜੇ ਚੀਤ। ਬੰਦੇ ਦੀ ਚਿਤਵਣੀ ਉਹਨੂੰ ਵਸਾਰੀ ਬੈਠੀ ਹੈ, ਚਿਤਵਣੀ ਚ ਹੈ ਹੀ ਨਹੀਂ ਉਸ ਰੂਪ ਦੇ ਵਿੱਚ। ਉਹਦਾ ਜਿਹੜਾ ਆ ਉਹ ਚਿੱਤ ਦੇ ਲੈਵਲ ਤੇ ਉਹਨੂੰ ਬੰਦਾ ਭੁਲਾਈ ਬੈਠਾ ਆ। ਬਾਣੀ ਕਹਿੰਦੀ ਇੱਥੇ ਅਹਿਸਾਸ ਕਰ। ਤੇ ਫਿਰ ਇਹ ਵੀ ਹੈ, ਚੀਜ਼ਾਂ ਇਸ ਕੌਨਸੈਪਟ ਵਿੱਚ ਵੀ ਕਹੀਆਂ ਜਾਂਦੀਆਂ। ਅਸੀਂ ਆਪਣੇ ਪਰਿਵਾਰ ਨੂੰ, ਆਪਣੇ ਭੈਣ ਭਰਾਵਾਂ ਨੂੰ, ਈਵਨ ਬਕੌਲ ਮਸਕੀਨ ਜੋ ਕਿਹਾ ਕਰਦੇ ਸਨ, ਇਹਨਾਂ 'ਚੋਂ ਕਿਸੇ ਨੂੰ ਤੁਸੀਂ ਚੌਂਕੜੀ ਮਾਰ ਕੇ, ਸਮਾਧੀ ਲਾ ਕੇ, ਅੱਖਾਂ ਬੰਦ ਕਰਕੇ ਵਾਰ-ਵਾਰ ਨਹੀਂ ਰੱਟਦੇ, ਮੇਰੀ ਮਾਂ, ਮੇਰਾ ਪਿਤਾ, ਮੇਰੇ ਬੱਚੇ, ਮੇਰੀ ਵਾਈਫ ਜਾਂ ਮੇਰਾ ਹਸਬੈਂਡ ਜਾਂ ਮੇਰੇ ਭੈਣ ਭਰਾ। ਨੋ, ਕਹਿੰਦੇ ਬਿਲਕੁਲ ਯਾਦ ਰਹਿੰਦੇ, ਬਿਲਕੁਲ ਕੱਲਾ ਕੱਲਾ ਯਾਦ ਰਹਿੰਦਾ। ਨਹੀਂ ਯਾਦ ਰਹਿੰਦਾ ਤੇ ਰੱਬ ਨਹੀਂ, ਤੇ ਰੱਬ ਦਾ ਨਾਂ ਨਹੀਂ ਯਾਦ ਰਹਿੰਦਾ। ਕਹਿੰਦੇ ਕਮਾਲ ਦੀ ਗੱਲ ਤੇ ਇਹ ਹੈ, ਇਨਸਾਨੀ ਦੁਨੀਆ ਦੇ 'ਚ ਬੰਦੇ ਨੂੰ ਦੋਸਤ ਤੇ ਦੋਸਤ, ਰਿਸ਼ਤੇਦਾਰ ਤੇ ਰਿਸ਼ਤੇਦਾਰ, ਦੁਸ਼ਮਣ ਵੀ ਯਾਦ ਰਹਿੰਦੇ ਪੱਕੇ। ਉਮਰਾਂ ਲੰਘ ਜਾਂਦੀਆਂ, ਬੰਦਾ ਇਹ ਕਹਿੰਦਾ ਵੀ ਇਹਦੇ ਨਾਲ ਦੁਸ਼ਮਣੀ, ਆਪਣੀ ਪੀੜ੍ਹੀਆਂ ਨੂੰ ਵੀ ਦੱਸਦਾ ਵੀ ਇਹਦੇ ਨਾਲ ਨਹੀਂ ਬੋਲਣਾ, ਇਹ ਜਿਹੜੀ ਹੈ ਨਾ, ਇਹਦੇ ਨਾਲ ਦੁਸ਼ਮਣੀ ਆਪਣੀ, ਇਸ ਰੂਪ ਦੇ ਵਿੱਚ। ਇੱਥੇ ਫਿਰ ਬਾਣੀ ਦੇ ਬਚਨ ਅਸੀਂ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਕਿ ਬੰਦੇ ਨੂੰ ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਉਹਦੇ ਨਾਲ ਇੱਕ ਅਜੀਬ ਬਗਾਨਗੀ ਹੈ। ਜਦੋਂ ਇਹਦੇ ਮੁਕਾਬਲ ਤੁਸੀਂ ਭਗਤਾਂ ਦੀ ਬਾਣੀ ਪੜ੍ਹਦੇ ਤੇ ਭਗਤ ਸਾਹਿਬਾਨ ਫਿਰ ਸਾਨੂੰ ਅਹਿਸਾਸ ਕਰਾਉਂਦੇ। ਉਹ ਕਹਿੰਦੇ, ਇਹ ਦੁਨੀਆ ਦੇ ਲੋਕੋ, ਉਸ ਦਿਨ ਇੱਕ ਨਾਤਾ ਬਣਿਆ ਉਸ ਕਰਤਾਰ ਨਾਲ, ਜਿਸ ਕਰਤਾਰ ਦੀ ਅਸੀਂ ਤਾਰੀਫ ਕਰਦੇ ਹਾਂ, ਸਤੁਤੀ ਕਰਦੇ ਹਾਂ, ਜਿਹੜਾ ਸਭ ਕੁਛ ਇਹਨੂੰ ਸਿਰਜਣਹਾਰ ਆ। ਜਿੱਦਣ ਆਹ ਗੱਲ ਬਣ ਗਈ ਨਾ ਵੀ ਅਬ ਮੋਹੇ ਰਾਮ ਆਪਣਾ ਕਰ ਜਾਣਿਆ, ਜਦੋਂ ਆਪਣਤ ਜਾਣ ਲਈ, ਜਦੋਂ ਉਹਦੇ ਵਾਸਤੇ ਹਿਰਦੇ 'ਚ ਜਗ੍ਹਾ ਬਣ ਗਈ, ਖਿਆਲਾਂ ਸੋਚਾਂ ਦੇ ਵਿੱਚ ਹੋਇਆ ਕਿ ਸਹਿਜ ਸੁਭਾਏ ਮੇਰਾ ਮਨ ਮਾਨਿਆ। ਜਿਨ੍ਹਾਂ ਗੱਲਾਂ ਨੂੰ ਮੰਨਦਾ ਹੀ ਨਹੀਂ ਸੀਗਾ, ਮਨ ਮੰਨਦਾ ਹੀ ਨਹੀਂ ਸੀਗਾ ਅਸੂਲ ਪਾਲਣੇ ਨੇ, ਮਨ ਮੰਨਦਾ ਹੀ ਨਹੀਂ ਸੀਗਾ ਜੀਵਨ ਗੁਣਾਂ ਨਾਲ ਸੰਜੋ ਕੇ, ਜੀਵਨ ਗੁਣਾਂ ਨਾਲ ਭਰ ਕੇ ਜੀਣਾ ਆ, ਰੱਬੀ ਭੈ ਵਿੱਚ ਰਹਿਣਾ ਆ। ਹੁਣ ਮਨ ਕਹਿੰਦਾ ਉਸ ਤੋਂ ਬਾਹਰ ਜਾਣਾ ਹੀ ਨਹੀਂਗਾ। ਇਹ ਹੈ ਆਪਣੇ ਹਿਰਦੇ ਸਤ੍ਹਾ ਦੀ ਤਿਆਰੀ ਕਰਨੀ, ਆਪਣੇ ਆਪ ਨੂੰ ਇਸ ਅਹਿਸਾਸ ਵਿੱਚ ਰੱਖਣਾ ਵੀ ਜੇ ਇਹ ਹਿਰਦਾ ਰੱਬ ਦਾ ਘਰ ਆ। ਜਿਵੇਂ ਬਾਣੀ ਤੇ ਲਿਟਰਲੀ ਤੌਰ ਤੇ ਵੀ ਕਹਿ ਦਿੰਦੀ ਸਾਨੂੰ ਕਿ ਹਰ ਮੰਦਰ ਇਹ ਸਰੀਰ ਹੈ, ਭਲੇ ਬੰਦੇ ਇਹ ਹਰੀ ਦਾ ਮੰਦਰ ਹੈ। ਤੇ ਜੇ ਹਰੀ ਦਾ ਮੰਦਰ ਹੈ ਤੇ ਘੱਟ ਤੋਂ ਘੱਟ ਸੋਚ ਵਿੱਚ ਤੇ ਹਰੀ ਹੋਏ, ਹਰੀ ਦਾ ਵਸੇਬਾ ਹੋਏ, ਉਹਦਾ ਅਹਿਸਾਸ ਹੋਏ, ਸੁਰਤ 'ਚ ਤੇ ਚੀਜ਼ਾਂ ਹੋਣ। ਇਸ ਨੂੰ ਜਦੋਂ ਸਾਡੇ ਦਾਨਿਸ਼ਮੰਦ ਲੋਕ ਵਿਆਖਿਆ ਵਿੱਚ ਲੈ ਕੇ ਆਉਂਦੇ ਤੇ ਉਹ ਕਹਿੰਦੇ ਵੀ ਹਰਮੰਦਰ ਬੜਾ ਸਾਡੇ ਵਾਸਤੇ ਇੱਕ ਸਿਗਨੀਫਿਕੇਸ਼ਨ ਰੱਖਣ ਵਾਲਾ ਨਾਂ ਆ। ਅਸੀਂ ਦਰਬਾਰ ਸਾਹਿਬ ਨੂੰ ਹਰਮੰਦਰ ਸਾਹਿਬ ਕਹਿੰਦੇ ਹਾਂ ਤੇ ਹਰਮੰਦਰ ਸਾਹਿਬ ਜਾਂਦੇ ਹਾਂ ਅਸੀਂ ਸਾਰੇ। ਤੇ ਆਪ ਜਦੋਂ ਅੰਮ੍ਰਿਤਸਰ ਸ਼ਹਿਰ ਵਿੱਚੋਂ ਲੰਘਦੇ ਹੋ, ਬਾਜ਼ਾਰਾਂ ਦੇ ਵਿੱਚੋਂ, ਤੇ ਜਿਵੇਂ ਜਿਵੇਂ ਹਰਮੰਦਰ ਸਾਹਿਬ ਦੇ ਗਲਿਆਰੇ ਦੇ ਨੇੜੇ ਪਹੁੰਚਦੇ ਆ, ਤੁਹਾਨੂੰ ਬੋਰਡ ਮਿਲ ਜਾਂਦੇ ਨੇ ਲਿਖੇ ਹੋਏ ਅਜੇ ਵੀ, ਇਹ ਰਸਤਾ ਦਰਬਾਰ ਸਾਹਿਬ ਨੂੰ ਜਾਂਦਾ, ਇਹ ਰਸਤਾ ਹਰਮੰਦਰ ਸਾਹਿਬ ਨੂੰ ਜਾਂਦਾ। ਫਿਰ ਥੋੜਾ ਅੱਗੇ ਜਾਓਗੇ, ਅੱਗੇ ਲਿਖਿਆ ਹੁੰਦਾ ਕਿ ਭਾਈ ਇੱਥੇ ਕਿਸੇ ਕਿਸਮ ਦਾ ਨਸ਼ਾ ਲੈ ਕੇ ਜਾਣਾ ਵਰਜਿਤ ਹੈ, ਵਿਵਰਜਿਤ ਹੈ, ਮਨਾ ਹੈ, ਨਹੀਂ ਲੈ ਕੇ ਜਾਣਾ। ਇੱਥੇ ਬਕਾਇਦਾ ਨੋਟਸ ਲੱਗੇ ਹੁੰਦੇ ਜਗ੍ਹਾ ਜਗ੍ਹਾ ਦੇ ਉੱਤੇ। ਹੁਣ ਜੇ ਉੱਥੇ ਉਸ ਹਰਮੰਦਰ ਸਾਹਿਬ ਦੇ ਗਲਿਆਰੇ, ਉਹਦੀ ਪਰਿਕਰਮਾ ਦੇ ਵਿੱਚ ਕੋਈ ਨਸ਼ਾ ਲੈ ਕੇ ਜਾਣਾ ਵਿਵਰਜਿਤ ਹੈ, ਕੋਈ ਨਸ਼ਾ ਲੈ ਕੇ ਉੱਥੇ ਪੀ ਕੇ ਜਾਣਾ, ਖਾ ਕੇ ਜਾਣਾ ਵਿਵਰਜਿਤ ਹੈ, ਤੇ ਜੇ ਇਹ ਹਰਮੰਦਰ ਹੈ ਤੇ ਇਹਦੇ ਬਾਹਰ ਵੀ ਪਰਚੀ ਲੱਗਣੀ ਚਾਹੀਦੀ ਹੈ, ਇਹਦੇ ਬਾਹਰ ਵੀ ਸਲੇਟ ਲੱਗਣੀ ਚਾਹੀਦੀ ਹੈ, ਇਹਦੇ 'ਚ ਕਿਸੇ ਕਿਸਮ ਦਾ ਨਸ਼ਾ ਪਾਣਾ ਵਿਵਰਜਿਤ ਹੈ। ਨਸ਼ਾ, ਇਹ ਚੀਜ਼ਾਂ ਜਿਹੜੀਆਂ ਸਰੂਪੇ ਦੇਖਿਆ ਜਾਏ। ਫਿਰ ਉਹ ਬਿਆਨ ਕਰਦੇ, ਉਹ ਕਹਿੰਦੇ ਕਿ ਧਿਆਨ ਨਾਲ ਦੇਖੋ, ਹਰਮੰਦਰ ਸਾਹਿਬ ਦੇ ਵਿੱਚ ਹਮੇਸ਼ਾ ਕੀਰਤਨ ਹੁੰਦਾ, ਰੱਬੀ ਕੀਰਤੀ ਹੁੰਦੀ। ਉੱਥੇ ਜਿੰਨੇ ਮਿਊਜ਼ੀਕਲ ਇੰਸਟਰੂਮੈਂਟਸ ਵਾਜਦੇ, ਉਹਨਾਂ ਦੇ ਉੱਤੇ ਗੁਰੂ ਕੀ ਬਾਣੀ ਉਹੀ ਉਸ ਰੂਪ ਵਿੱਚ ਗਾਈ ਜਾਂਦੀ। ਮਗਰ ਕਹਿੰਦੇ ਤਵਾਰੀਖ ਨੂੰ ਪੜ੍ਹਦੇ ਆ ਤੇ ਹਰਮੰਦਰ ਸਾਹਿਬ ਵਿੱਚ ਹਮੇਸ਼ਾ ਕੀਰਤਨ ਨਹੀਂ ਹੋਇਆ, ਹਮੇਸ਼ਾ ਗੁਰਬਾਣੀ ਨਹੀਂ ਗਾਈ ਗਈ। ਕਦੀ ਇਹ ਵੀ ਹੋਇਆ ਤਬਲੇ ਦੀਆਂ ਥਾਪਾਂ ਤੇ ਕੰਜਰੀ ਦੇ ਪੈਰ ਉੱਥੇ ਥੜਕ ਗਏ। ਕਦੀ ਇਹ ਵੀ ਹੋਇਆ ਮੱਸਾ ਰੰਗੜ ਬੈਠ ਗਿਆ ਆ ਕੇ ਉੱਥੇ। ਕਦੀ ਇਹ ਵੀ ਹੋਇਆ ਉੱਥੇ ਸੁਰਾ ਤੇ ਸੁੰਦਰੀ ਇਸ ਰੂਪ ਵਿੱਚ ਜਿਹੜੀ ਹੈ ਉਹ ਚੱਲ ਪਈ। ਪਰ ਉਸ ਹਰਮੰਦਰ 'ਚ ਉਹ ਚੀਜ਼ ਸੋਭਦੀ ਨਹੀਂ ਨਾ। ਜਿਵੇਂ ਹੀ ਕਿਹੋ ਜਿਹਾ ਅਮਲ ਕਿਸੇ ਨੇ ਕਰਨ ਦੀ ਟਰਾਈ ਕੀਤੀ, ਉੱਥੇ ਫਿਰ ਸ਼ਮਸ਼ੀਰ ਚੱਲੀ, ਉੱਥੇ ਫਿਰ ਗੁਰੂ ਕੇ ਸਿੱਖ ਪਹੁੰਚੇ, ਉੱਥੇ ਫਿਰ ਉਸ ਮੱਸੇ ਦਾ ਸਿਰ ਵੱਢਿਆ ਗਿਆ। ਕਹਿੰਦੇ ਪੋਸੀਬਿਲਿਟੀ ਹੈ। ਅਸੀਂ ਬਾਹਰ ਹਰਮੰਦਰ 'ਚ ਚੀਜ਼ ਵਿਟਨੈਸ ਕੀਤੀ ਤਵਾਰੀਖ ਦੇ ਵਿੱਚ,
इस हरमंदिर च मन मस्सा बन के बैठ सकता है, मस्सा रंगड़। इस हरमंदिर दे विच भी उस मस्से रंगड़ नूं शराब चंगी लगती है, उस मस्से रंगड़ नूं सुंदरियां दा नाच चंगा लगता है, उस मस्से रंगड़ नूं वकार चंगे लगते हैं। जे उस हरमंदिर दे विच वो नहीं मस्सा नहीं शोभदा, असीं कहने नहीं रखना, बाहर निकल। असीं कहने ये पाक पवित्र जगह आ जिथे कीर्तन ही होना चाहिए। वो दानिशमंद कहते फिर इस हरमंदिर ये भी तो फिर वही जगह है ना। ये चीज़ां इस तरीके ये सिक्ख्या दी गई, सानू समझाया गया। पॉसिबिलिटी है बंदा इस हिरदे घर नूं कूड़ की थां बना ले। ये जो दुनिया का कूड़ कबाड़ा है, जो वकारां दी बिरती है, जो वकारां दे ख्याल ने, जो माड़ियां आदतां देण वाले ख्याल ने, बचन ने, सोचां ने, वो सारियां इहदे च आई जाण। फिर ये हरमंदिर ये हिरदा घर उहदे रहण दे घर थोड़ा बनेगा, उहदे काबल थोड़ा होएगा। ईवन जिन्हों होर सरल लैवल ते लियाउणा होए, सिंपल लैवल ते देखना होए, आपां इस शहर च रहिंदे हां, इत्थे थोड़ी बहुती गन वायलेंस हो जाती है, असीं देखते हैं। हालांकि लॉ एनफोर्समेंट बड़ी इनवॉल्व होंदी, बहुत सारिया चीज़ां वक्त नालों क्लीयर भी करते। पर जो देखा जाए इत्थे हर चढ़ती सवेर चोरियां होण लग जाण, हर चढ़ती सवेर इत्थे क्राइम वधना शुरू हो जाए, लोगों का रहना सहना खाना पीना ठीक तरीके नाल ना चल पाए। कौन रहना चाहेगा इत्थे? कोई भी नहीं। ईवन कोई आना भी नहीं चाहेगा। इत्थे क्यों आना चाहते लोग? क्योंकि इत्थे रहन सहन खाण पीण उहदी आज़ादी है, वो सब चीज़ां उस रूप में ने। एग्जैक्टली इन बिने आ जिहड़े जिसनूं असीं उस दैवी गुणां दे रूप में देखते हैं, उस रब्बी हस्ती नूं, उहदे लई ते फिर हिरदा घर बिल्कुल चंगेरे रूप दे विच रहण दे काबिल होना चाहिए है। गुरु साहब जी बात करते ना, दया करो बसो मने आए, असीं अरदास करते मालक तरस कर मेरे घर गेड़ा मार, मेरे हिरदे घर चा। वो भले बंदे हिरदा घर तैयार भी है तेरा, अपने आप नाल गल कर। इस हिरदे दे विच ते आपे भी देखो दरबार साहब जिन्ना कुछ भी उत्थे वेखण नूं मिलदा है, पढ़न नूं मिलदा है, सुनन नूं मिलदा, उहदे बाबत सारा ही बड़ा भावपूर्त है। दरबार साहब गुरु ग्रंथ साहब की प्रकाशना तो पहला कीर्तन हो रहा होंदा, तैयारी हो रही होंदी है, अजे प्रकाश नहीं होया, अजे गुरु ग्रंथ साहब ने आए नहीं, आमद नहीं हुई, पहले ही आके तैयारी की जा रही है, स्वरूप की दसिया जा रहा है। भले बंदे अजे घर का मालक भावें घर नहीं आया, घर उहदे काबिल होना चाहिए। इत्थे किहो जे ग्रंथ साहब की प्रकाशना होनी है, उसकी तैयारी हो रही है, माहौल बन रहा है। साडे भी इस रूप दे विच आ। बंदा अपने आप को प्रिपेयर करे, अपने आप को तैयार करे उस लैवल ते, जिस दिन किते वो आवे तो वो आके जिन्होंने बाबा कबीर जी बयान करते ना कि हुण मानसिक अवस्था दे आ मैं रूप माण रहा वां, कि कहते अब तो जाए चढ़े सिंघासन मिले है सारंग पानी। होया की है? राम कबीरा एक भय है। वो आ गया, रमया होया, महसूस हो गया, कबीर नहीं रहा, कबीर खत्म हो गया। क्या कबीर घर का मालक है ही नहीं सीगा, असली घर का मालक घर आ गया। जिन्होंने गुरु अर्जन साहब कहते ना, नस वंजो किल विखो करता घरे आया। किल विखो पाप बिरतियो तुहाडी कोई पेश नहीं जानी, हुण निकलो इथों। क्यों? क्योंकि जिहड़ा घर का मालक आ वो घर आ गया, उन्हें आके अपना डेरा पा लिया। तो इनू होर सिंपल लैवल ते लै आईए। आपां इत्थे सारे घरां थावां च रहिंदे आ, हालांकि फिलोसफिकली गल्लां ने सारियां, पर बंदे दी सुरत नूं टकाणे लियाउण वास्ते ने। इत्थे असीं संसारी तौर ते घरां च रहिंदे आ। आप देखोगे आपां घर का दरवाजा बंद कर दईए तो कुछ दिनों लिए उस घर तो दूर चले जाइए तो वापस आइए, आके की देखांगे? जे घर नहीं रहिंदे तो उत्थे की होएगा? उत्थे कीड़े मकौड़े आ जाणगे, मकड़ियां जाल पा लैणगियां, पैस्ट्स आ जाणगे, उत्थे सड़हांद आउणी शुरू हो जाएगी। ये सब चीज़ां उस रूप दे इहदा मायना ये है कि जे घर का मालक घर रहेगा, घर साफ रहेगा, सुथरा रहेगा, ठीक रहेगा,
ਤੇ ਜਿੱਥੇ ਘਰ ਦੇ ਮਾਲਕ ਦੀ ਕੰਡੀਸ਼ਨ ਇਹ ਹੋਏ ਕਿ ਭਾਈ ਇਹ ਘਰ ਦੀ ਤੈਨੂੰ ਕਸਟਡੀ ਦਿੱਤੀ ਹੈ, you know, you are the custodian of this property, this actually household, you don't own it. One day I will come, I will visit, I might stay here, but until that you are the custodian and you have to take care of it. ਹੁਣ ਕਸਟੋਡੀਅਨ ਨੂੰ ਕੀ ਕਰਨਾ ਚਾਹੀਦਾ? ਜਿਹਦੇ ਕੋਲ ਉਹਦੀ ਕਸਟਡੀ ਹੈ ਉਹਨੂੰ ਉਹਦੀ ਮੇਨਟੇਨੈਂਸ ਕਰਨੀ ਚਾਹੀਦੀ ਉਸ ਲੈਵਲ ਤੇ। ਉਹਨੂੰ ਇਹ ਹੋਏ ਵੀ ਮਾਲਕ ਕਿਸੇ ਸਮੇਂ ਵੀ ਆ ਸਕਦਾ ਹੈ, ਮੈਂ ਉਸ ਨੂੰ ਉਸ ਲੈਵਲ ਤੇ ਪ੍ਰਪੇਅਰ ਕਰਕੇ ਰੱਖਾਂ, ਤੇ ਬਲਕਿ ਪ੍ਰੈਪਰੇਸ਼ਨ ਕਰਕੇ ਉਹਦੀ ਤਿਆਰੀ ਕਰਕੇ ਉਹਨੂੰ ਸਾਫ਼ ਸੁਥਰਾ ਕਰਕੇ ਫਿਰ ਉਹਨੂੰ ਮੈਸੇਜ ਵੀ ਭੇਜੇ ਵੀ ਮਾਲਕ ਜੀ ਤੁਸੀਂ ਤੇ ਆਉਣਾ ਸੀਗਾ, ਤੁਸੀਂ ਟਾਈਮ ਬੜਾ ਲਾਤਾ, ਮੈਂ ਤੇ ਤਿਆਰੀ ਕਰਕੇ ਬੈਠਾ ਹਾਂ। ਘਰ ਦੀ ਬਿਲਕੁਲ ਜਿਹੜਾ ਹੈਗਾ ਤੁਹਾਡੇ ਰਹਿਣ ਵਾਸਤੇ ਤਿਆਰ ਹੈ, ਬਸ ਗੇੜਾ ਮਾਰੋ ਕਿਸੇ ਦਿਨ, ਫੇਰਾ ਪਾਓ ਕਿਸੇ ਦਿਨ। ਐਗਜ਼ੈਕਟਲੀ ਆਹ ਬਚਨ ਕਹਿ ਰਹੇ ਨੇ ਗੁਰੂ ਅਰਜਨ ਸਾਹਿਬ, ਦਇਆ ਕਰੋ ਬਸੋ ਮਨੇ ਆਏ। ਮਾਲਕ ਜੀ ਇਹ ਮਨ ਤੇਰੀ ਸੇਜਾ ਦੇ ਰੂਪ ਵਿੱਚ ਵਿਚਾਰ ਵੇਟ ਕਰ ਰਿਹਾ, ਇੰਤਜ਼ਾਰ ਕਰ ਰਿਹਾ ਹੈ, ਆਓ ਵਸੋ ਆ ਕੇ ਇੱਥੇ, ਦਇਆ ਕਰੋ ਬਸੋ ਮਨੇ ਆਏ, ਮੋਹ ਨਿਰਗੁਣ ਲੀਜਾ ਲੜ ਲਾਏ। ਇਹ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ। ਇੱਥੇ ਤੇ ਪੈਰ ਪੈਰ ਤੇ ਬੰਦਾ ਆਕੜਾਂ ਕਰਦਾ ਨਹੀਂ ਥੱਕਦਾ, ਚੌਧਰਾਂ ਕਰਦਾ ਨਹੀਂ ਥੱਕਦਾ, ਇਹ ਕਹਿੰਦਾ ਨਹੀਂ ਥੱਕਦਾ ਵੀ ਮੈਂ ਤੇ ਜੋ ਹੈਗਾ ਮੈਂ ਹੀ ਹਾਂ, ਬਸ ਮੇਰਾ ਮੁਕਾਬਲਾ ਕੋਈ ਨਹੀਂਗਾ, ਮੇਰੇ ਤੋਂ ਤੇ ਸਾਰੇ ਹੀ ਊਣੇ ਨੇ, ਮੈਂ ਹੀ ਹਾਂ ਜਿਹੜਾ ਸਭ ਕੁਝ ਸੰਭਾਲ ਕੇ ਬੈਠਾ ਹਾਂ। ਬਾਬਾ ਜੀ ਕਹਿੰਦੇ ਜਿਹਦੇ ਕੋਲ ਸਾਰੇ ਗੁਣ ਨੇ, ਜਿਹਦੇ ਕੋਲ ਸਾਰੀਆਂ ਖੂਬੀਆਂ ਨੇ, ਸਾਰੀਆਂ ਖਾਸੀਅਤਾਂ ਨੇ, ਉਹ ਕਹਿ ਰਿਹਾ ਹੈ ਮੋਹੇ ਨਿਰਗੁਣ, ਮੇਰੇ 'ਚ ਗੁਣ ਕੋਈ ਨਹੀਂਗਾ। ਮਤਲਬ ਕੁਝ ਚੀਜ਼ਾਂ ਐਸੀਆਂ ਨੇ ਬੰਦੇ ਦੇ ਕੋਲ ਉਹ ਜਿੰਨਾ ਮਰਜ਼ੀ ਹੋ ਜਾਏ ਇਹੀ ਕਹਿਣਾ ਕਿ ਮਾਲਕਾ ਇਹ ਕੁਛ ਨਹੀਂਗਾ, ਕਿਉਂਕਿ ਤੇਰੀ ਦਾਤ ਆ, ਤੇਰੀ ਦਾਤ ਤੇ ਮੈਂ ਕੀ ਮਾਣ ਕਰਾਂਗਾ। ਗੁਣ ਅਕਾਲ ਪੁਰਖ ਵਾਹਿਗੁਰੂ ਦੀ ਆਭਾ ਆ, ਉਹਦਾ ਪਰਛਾਵਾਂ ਆ, ਤੇ ਪਰਛਾਵੇਂ ਤੇ ਮਾਣ ਨਹੀਂ ਹੁੰਦਾ। ਜਿਵੇਂ ਹੀ ਤਸਵੀਰ ਹਟੀ ਨਹੀਂ ਤੇ ਪਰਛਾਵਾਂ ਗਿਆ ਨਹੀਂਗਾ। ਇਹ ਤੇ ਘੜੀ ਪਲ ਦੀ ਖੇਡ ਆ, ਇਹ ਤੇ ਇਤਨੀ ਮਤਲਬ ਕਮਸਿਨ ਚੀਜ਼ ਆ ਕਿ ਬੰਦਾ ਕਿਸੇ ਚੀਜ਼ ਦੇ ਉੱਤੇ ਮਾਣ ਕਰ ਹੀ ਨਹੀਂ ਸਕਦਾ। ਕਿਸ ਚੀਜ਼ ਤੇ ਮਾਣ ਕਰਾਂਗੇ? ਕਿਉਂਕਿ ਗੁਣ, ਸਪੋਜ਼ ਕਰੋ ਆਪਾਂ ਉਸ ਦਿਨ ਭਾਈਆ ਜੀ ਦੀ ਬਾਤ ਕਰ ਰਹੇ ਸੀਗੇ, ਇਮਾਨਦਾਰੀ ਕਿੱਡਾ ਵੱਡਾ ਗੁਣ ਆ, ਪਰ ਹੈ ਕਿ ਨਹੀਂ ਦੇ ਰਿਹਾ। ਈਮਾਨ ਬੰਦਾ ਕਹੇ ਮੈਂ ਈਮਾਨ ਪ੍ਰਸਤ ਹਾਂ, ਉਹ ਭਲੇ ਈਮਾਨ ਫਰੋਸ਼ ਹੋਣ ਲੱਗਾ ਕਿੰਨਾ ਕੁ ਟਾਈਮ ਲੱਗਦਾ ਹੈ। ਮੈਂ ਨੇਕ ਨੀਅਤ ਹਾਂ, ਨੀਅਤ ਦਾ ਭਟਕਦਿਆਂ ਕਿੰਨੀ ਕੁ ਦੇਰ ਲੱਗਦੀ ਹੈ। ਮੈਂ ਬੜਾ ਅਕਲ ਲਤੀਫ ਹਾਂ, ਉਹ ਭਲੇ ਬੰਦੇ ਇੱਥੇ ਬੁੱਧ ਦਾ ਕਹਿੰਦੇ ਦੁੱਧ ਫਟਦਿਆਂ ਤੇ ਦੇਰ ਲੱਗਦੀ, ਦੁੱਧ ਫਟਦਿਆਂ ਤੇ ਕੁਛ ਥੋੜਾ ਬਹੁਤਾ ਸਮਾਂ ਲੱਗ ਸਕਦਾ, ਉਹ 'ਚ ਕਾਂਜੀ ਪਏਗੀ, ਵਕਤ ਪਏਗਾ। ਬੁੱਧ ਫਟਦਿਆਂ ਥੋੜਾ ਦੇਰ ਲੱਗਦੀ ਹੈ ਨਾ, ਬੁੱਧੀ ਤੇ ਬੰਦੇ ਦੀ ਮਰਦਿਆਂ ਇੱਕ ਪਲ ਵੀ ਨਹੀਂ ਲੱਗਦਾ। ਤੇ ਦਾਨੇ ਲੋਕਾਂ ਨੇ ਬਾਤ ਕਹੀ, ਕਈ ਵਾਰ ਲੋਕ ਕਹਿੰਦੇ ਨਾ ਅੱਛਾ ਰੱਬ ਕਿਨੇ ਰੱਬ ਵੇਖਿਆ, ਰੱਬ ਕਿਹੜਾ ਸਜ਼ਾਵਾਂ ਦਿੰਦਾ। ਸਾਡਾ ਪੰਜਾਬੀ ਦਾ ਈਡੀਅਮ ਅਖਾਣ ਅਸੀਂ ਅਕਸਰ ਪੜ੍ਹਦੇ ਹਾਂ, ਉਹ ਕਹਿੰਦੇ ਗੱਲ ਸੁਣੋ ਮੇਰੀ, ਰੱਬ ਦੀ ਮਾਰ ਤੁਹਾਨੂੰ ਕੋਈ ਪਤਾ ਨਹੀਂਗਾ ਕੈਸੀ ਹੁੰਦੀ ਹੈ। ਉਹ ਜਦੋਂ ਕਿਤੇ ਵੀ ਆਵੇ ਨਾ ਆਪਣੀ ਆਈ ਦੇ ਉੱਤੇ, ਉਹ ਕਹਿੰਦਾ ਨਾ ਕਿਸੇ ਨੂੰ ਚਪੇੜ ਮਾਰਦਾ ਨਾ ਲੱਤ ਮਾਰਦਾ, ਜਦੋਂ ਵੀ ਮਾਰਦਾ ਬੰਦੇ ਦੀ ਮੱਤ ਮਾਰਦਾ। ਬਸ ਇਹ ਇੱਕ ਵਾਰੀ ਇੱਕ ਮਾੜਾ ਜਿਹਾ ਕਿਤੇ ਸੱਜੇ ਖੱਬੇ ਹੋਇਆ ਨਹੀਂਗਾ, ਉਮਰਾਂ ਦੀ ਕਮਾਈ ਇੱਜ਼ਤ, ਉਮਰਾਂ ਦਾ ਕਮਾਇਆ ਮਾਣ ਬੰਦੇ ਮਿੱਟੀ 'ਚ ਮਿਲਿਆ ਮਾਟੀ ਹੋ ਜਾਂਦਾ। ਇਸੇ ਕਰਕੇ ਕਿਹਾ ਨਿਰਗੁਣ, ਸਾਡੇ 'ਚ ਕੋਈ ਖੂਬੀ ਨਹੀਂ, ਕੋਈ ਖਾਸੀਅਤ ਨਹੀਂ। ਮਾਲਕ ਇਹ ਤੇਰਾ ਤਰਸ ਹੈ, ਮੋਹਿ ਨਿਰਗੁਣ ਲੀਜੈ ਲੜ ਲਾਏ, ਮੁਝ ਅਦਨੇ ਨੂੰ ਮੁਝ ਨਿਰਗੁਣ ਨੂੰ ਤੂੰ ਲੜ ਲਾ, ਤੂੰ ਆਪਣਾ ਦਾਮਨ ਪਕੜਾ ਦੇ, ਮੈਨੂੰ ਤੂੰ ਆਪਣੀ ਜਿਹੜਾ ਹੈ ਝੋਲੀ ਫੜਾ ਦੇ। ਜਿਹਨੂੰ ਗੁਰੂ ਰਾਮਦਾਸ ਸਾਹਿਬ ਨੇ ਕਿਹਾ ਸੀ, ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਅੰਨੇ ਨੂੰ ਕੋਈ ਪਤਾ ਨਹੀਂ, ਅੰਨੇ ਨੂੰ ਤੇ ਕੋਈ ਟੋਹਣੀ ਦੇਏਗਾ ਤੇ ਨਾ ਕਿਤੇ ਜਾਏਗਾ। ਨਿਰਗੁਣ ਯਾਰੇ ਕੋਲ ਕੀ ਤਾਕਤ ਆ। ਮਾਲਕ ਤੂੰ ਹੀ ਤਰਸ ਕਰਨ ਵਾਲਾ ਆ। ਇਹ ਰਹਾ ਉਹਦਾ ਬੰਦ ਆ। ਬਾਕੀ ਰਹਿੰਦੇ ਸਾਰੇ ਸ਼ਬਦ ਦੇ ਵਿੱਚ ਇਹਦੀ ਵਿਵੇਚਨਾ ਆ, ਜਿਹਦੀ ਵਿਚਾਰ ਆਉਂਦੇ ਸਮੇਂ 'ਚ ਅਸੀਂ ਕਰਾਂਗੇ। ਅੱਜ ਵਾਸਤੇ ਸਮਾਂ ਓਵਰ ਹੋ ਚੁੱਕਾ ਆ। ਕਿਰਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਦੀ ਅਰਦਾਸ ਕਰਦੇ ਹੋਏ ਸਮਾਪਤੀ ਕਰਦੇ ਹਾਂ। ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।